मेरे पेपर का जिहड़ा विषय समकाली पंजाबी काव्य दे नारी सरोकार। ਸਾਹਿਤ ਦੇ ਵਿੱਚ ਸਮਕਾਲ ਨੂੰ ਨਿਰਧਾਰਿਤ ਕਰਨਾ ਬਹੁਤ ਮੁਸ਼ਕਲ ਕੰਮ ਹੁੰਦਾ ਹੈ, ਕਿਉਂਕਿ ਪੁਰਾਣਾ ਸਾਹਿਤ ਵੀ ਵਰਤਮਾਨ ਦੇ ਵਿੱਚ ਪੜ੍ਹਿਆ ਜਾ ਰਿਹਾ ਹੁੰਦਾ ਹੈ ਤੇ ਇਸ ਦੇ ਬਾਵਜੂਦ ਜਦੋਂ ਅਸੀਂ ਇਹ ਸ਼ਬਦ ਵਰਤਦੇ ਹਾਂ ਤਾਂ ਇਹਦਾ ਭਾਵ ਅੱਜ ਤੋਂ ਪਿੱਛੋਂ 1 ਸਾਲ ਵੀ ਹੋ ਸਕਦਾ ਹੈ, ਇੱਕ ਦਹਾਕਾ ਤੇ ਦਹਾਕੇ ਤੋਂ ਲੈ ਕੇ 50 ਸਾਲ ਦੇ ਲਗਭਗ ਆਪਾਂ ਕਹਿ ਲਈਏ ਕਿ ਅੱਧੀ ਸਦੀ ਤੱਕ ਵੀ ਹੋ ਸਕਦਾ ਹੁੰਦਾ, क्योंकि बहुत सारी जिहड़ी रचना है वो पहला लिखी जा चुकी हुंदी है पर प्रकाशित देर नाल हुंदी है। इस दे उल्ट कुछ रचना वर्तमान दे विच हो रही हुंदी है पर सारी ध्यान दे विच नहीं हुंदी। सो मेरा समकाली कविता तो भाव लगभग पिछले 5 दहाकिਆਂ ਦੀ कविता ही है, भावें उस दे पिछोकड़ विच ना केवल सारी आधुनिक पंजाबी कविता ही सगों मध्यकाली कविता भी हाज़र है। असल 'च ये कविता बहुत ज़्यादा मात्रा विच है। सारे कवियां दीयां सारियां कवितावां जां पुस्तकां नूं विचारना तां दूर बल्कि पढ़ना भी खासा असंभव हुंदा है। सो मेरा असल मंतव तां समकाली पंजाबी कविता दे नारी सरोकारां दे मुहांदरे नूं उलीकना ते उस दी विचारधारक निशानदेही करनी है। जिवें असीं पहलां विचार कर चुके हैं कि समकाली पंजाबी कविता दे पिछोकड़ 'च सारी आधुनिक पंजाबी कविता ਤੇ ਆਧੁਨਿਕ ਪੰਜਾਬੀ ਕਵਿਤਾ ਦੇ ਪਿੱਛੇ ਮੱਧਕਾਲੀ ਕਵਿਤਾ ਖੜੀ ਹੈ। ਅਸੀਂ ਜਾਣਦੇ ਹਾਂ ਕਿ ਮੱਧਕਾਲੀ ਕਵਿਤਾ ਵਿੱਚ ਗੁਰੂ ਸਾਹਿਬਾਨ ਨੂੰ ਛੱਡ ਕੇ ਬਾਕੀ ਕਾਵਿ ਉਕਤੀ ਪੱਧਰ ਤੇ ਨਾਰੀ ਵਿਰੋਧੀ ਹੈ, ਭਾਵੇਂ ਅੰਦਰੂਨੀ ਪੱਧਰ ਤੇ ਉਹ ਨਾਰੀ ਸਰੋਕਾਰਾਂ ਦੇ ਨਾਲ ਲਵਰੇਜ਼ ਹੈ। ਜਿਵੇਂ ਵਾਰਿਸ ਸ਼ਾਹ ਦੀ ਹੀਰ ਵਿੱਚ ਕਈ ਪੰਕਤੀਆਂ ਨਾਰੀ ਦੀ ਸਪਸ਼ਟ ਨਿੰਦਿਆ ਕਰਦੀਆਂ ਪਰ ਕਿਸੇ ਦੇ ਵਰਤਾਂਤ ਦਾ ਜਿਹੜਾ ਅੰਦਰੂਨੀ ਪੱਖ ਹੈ ਉਹ ਨਾਰੀ ਪੱਖੀ ਹੈ। ਮਹਾਰਾਜਾ ਰਣਜੀਤ ਸਿੰਘ ਕਾਲ ਸਮੇਂ ਦੀ ਪੀਰੋ ਸਮੇਤ ਕੁਝ ਨਾਰੀਆਂ ਦਾ ਜਿਹੜਾ ਕਾਵ ਹੈ ਉਹ ਸਾਹਮਣੇ ਆਉਂਦਾ ਹੈ, ਜਿਸ ਵਿੱਚ ਨਾਰੀ ਸਰੋਕਾਰ ਬੜੇ ਉਗੜਵੇਂ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ। ਪੀਰੋ ਉਹੀ ਜਿਹੜੀ ਪਹਿਲੇ ਸੈਸ਼ਨ ਦੇ ਵਿੱਚ ਡਾਕਟਰ ਸੁਖਦੇਵ ਹੋਰਾਂ ਨੇ ਗੱਲ ਕਰੀ ਦਿੱਤੀ ਕਿ ਉਹ ਬੜੇ ਬੁਨਿਆਦੀ ਮਸਲੇ ਉਠਾਉਂਦੀ ਹੈ। ਥੋਰੀ ਜੈਸੀ जात में जय फसें दोई, चोटी जन्नू हिंदपुणा जय बात ना कोई, नारी का की चीज़ है तिस दोनों नाही, काहे को तुम हिंद हो तिस पक्का खाही, हिंदू बने बनौत के कर कूड़ी बातें, छोड़ बेहौदी पुरख के गल थोड़ी राते। सो आधुनिक काल ਦੇ ਵਿੱਚ ਆਪਾਂ ਜੇ ਦੇਖੀਏ ਹਰਨਾਮ ਕੌਰ, ਅਮਰ ਕੌਰ, ਅੰਮ੍ਰਿਤਾ ਪ੍ਰੀਤਮ, ਪ੍ਰਭਜੋਤ ਕੌਰ ਵਰਗੀਆਂ ਨਾਰੀ ਕਵੀਆਂ ਨੇ ਵੀ ਮਰਦ ਪ੍ਰਧਾਨ ਕਾਵ ਸੰਸਾਰ ਦੇ ਵਿੱਚ ਆ ਕੇ ਦਖਲ ਅੰਦਾਜ਼ੀ ਕਰਦੀਆਂ ਨੇ। ਇਸ ਕਾਲ ਦੇ ਨਾਰੀ ਕਾਵ ਨੂੰ ਜੇ ਅਸੀਂ ਇੱਕ ਸੂਤਰ ਦੇ ਵਿੱਚ ਬੰਨਣਾ ਹੋਵੇ ਤਾਂ ਇਹ ਅਧਿਆਤਮਕ ਕਾਵ ਤੋਂ ਪਿਆਰ ਮੁਹੱਬਤ ਵੱਲ ਵਧਦੇ ਕਦਮ ਨੇ ਅਤੇ ਮੁਹੱਬਤ ਤੋਂ ਥੋੜ੍ਹਾ ਸਮਾਜਿਕ ਸਮੱਸਿਆਵਾਂ ਨੂੰ ਛੋਹਦੇ ਨੇ ਪਰ ਪ੍ਰਮੁੱਖ ਰੂਪ ਵਿੱਚ ਨਾਰੀ ਸਮੱਸਿਆਵਾਂ 'ਤੇ ਕੇਂਦਰਿਤ ਰਹਿੰਦੀਆਂ ਨੇ। ਇਸ ਪਰਚੇ ਦੇ ਵਿੱਚ ਮੇਰਾ ਵਿਸ਼ਾ ਨਾਰੀ ਕਾਵ ਨਹੀਂ ਸਗੋਂ ਸਮਕਾਲੀ ਪੰਜਾਬੀ ਕਾਵ ਦੇ ਨਾਰੀ ਸਰੋਕਾਰ ਨੇ। ਹੁਣ ਸਮੱਸਿਆ ਪੈਦਾ ਹੁੰਦੀ ਹੈ ਕਿ ਨਾਰੀ ਸਰੋਕਾਰਾਂ ਦੇ ਵਿੱਚ ਕੀ ਕੁਝ ਆਉਂਦਾ ਹੈ। ਮੇਰੇ ਲਈ ਇਹ ਘੱਟ ਮਹੱਤਵਪੂਰਨ ਹੈ ਕਿ ਨਾਰੀ ਆਪਣੀ ਹੋਂਦ ਨੂੰ ਕਿਵੇਂ ਪਰਿਭਾਸ਼ਿਤ ਕਰਦੀ ਹੈ ਅਤੇ ਉਹ ਬਾਹਰੀ ਸੰਸਾਰ ਨਾਲ ਆਪਣਾ ਸੰਬੰਧ ਕਿਵੇਂ ਜੋੜਦੀ ਹੈ। ਸਗੋਂ ਮੇਰੇ ਲਈ ਇਹ ਬੜਾ ਮਹੱਤਵਪੂਰਨ ਹੈ ਕਿ ਮਰਦ ਕਵੀ ਨਾਰੀ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਨੇ। ਇਸ ਦੇ ਨਾਲ ਹੀ ਨਾਰੀ ਦੇ ਸਰੋਕਾਰ ਕਿਹੜੇ ਸਮਕਾਲ ਵਿੱਚ ਸਮੁੱਚੀ ਕਵਿਤਾ ਵਿੱਚ ਨਾਰੀ ਸਰੋਕਾਰਾਂ ਨੂੰ ਕਿਸ ਕੋਣ ਤੋਂ ਸਮਝਿਆ ਗਿਆ ਹੈ, ਦਲਿਤ ਕਾਵਿ ਵਿੱਚ ਨਾਰੀ ਨੂੰ ਕਿਵੇਂ ਸਮਝਿਆ ਗਿਆ ਹੈ, ਇਨਕਲਾਬੀ ਕਾਵਿ ਦੇ ਵਿੱਚ ਕਿਵੇਂ ਸਮਝਿਆ ਗਿਆ ਹੈ। ਇਸ ਦੇ ਨਾਲ ਹੀ ਜਿਹੜਾ ਉਸ ਵੇਲੇ ਲੜਕੇ ਨੇ ਪ੍ਰਸ਼ਨ ਵੀ ਉਠਾਇਆ ਸੀ ਕਿ ਨਾਰੀ ਖੁਦ ਆਪਣੇ ਕਾਵਿ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਮੁਖਾਤਬ ਹੁੰਦੀ ਹੈ। ਜ਼ਾਤਾਂ ਜਮਾਤਾਂ ਵਿੱਚ ਵੰਡੇ ਸਮਾਜ ਵਿੱਚ ਹਰ ਵਰਗ ਜਾਂ ਜਾਤ ਦੇ ਸਰੋਕਾਰ ਵੀ ਇੱਕੋ ਜਿਹੇ ਨਹੀਂ ਹੋ ਸਕਦੇ। ਇਸੇ ਤਰ੍ਹਾਂ ਅਜਿਹੇ ਸਮਾਜ ਵਿੱਚ ਨਾਰੀ ਦੇ ਸਰੋਕਾਰ ਵੀ ਜ਼ਾਤਾਂ ਜਮਾਤਾਂ ਦੇ ਅਨੁਸਾਰ ਹੀ ਬਦਲ ਜਾਂਦੇ ਨੇ। ਇਸੇ ਲਈ ਨਾਰੀ ਖੁਦ ਦਲਿਤ ਨਾਰੀ ਦੇ ਸਰੋਕਾਰਾਂ ਨੂੰ ਕਿਵੇਂ ਸਮਝਦੀ ਹੈ ਅਤੇ ਪ੍ਰਵਾਸੀ ਨਾਰੀ ਦੇ ਸਰੋਕਾਰਾਂ ਨੂੰ ਕਿਵੇਂ ਸਮਝਦੀ ਹੈ, ਇਸ ਦਾ ਵੀ ਆਪਾਂ ਉੱਤਰ ਤਲਾਸ਼ਾਂਗੇ ਕਿ ਜਦੋਂ ਉਹ ਮੁੱਖ ਸਮੁੱਚੀ ਨਾਰੀ ਦੀ ਇੱਕ ਮੈਂਬਰ ਵਜੋਂ ਕਾਵਿ ਲਿਖਦੀ ਹੈ ਤੇ ਉਹ ਫਿਰ ਪ੍ਰਵਾਸੀ ਨਾਰੀ ਨੂੰ ਕਿਵੇਂ ਦੇਖਦੀ ਹੈ ਤੇ ਇੱਕ ਦਲਿਤ ਨਾਰੀ ਨੂੰ ਕਿਵੇਂ ਦੇਖਦੀ ਹੈ।
ਬਿਨਾਂ ਸ਼ੱਕ ਪਹਿਲੇ ਦੌਰ ਦੇ ਕਵੀਆਂ ਵਿੱਚੋਂ ਪੂਰਨ ਸਿੰਘ ਸ਼ਾਇਦ ਪਹਿਲੀ ਵਾਰ ਨਾਰੀ ਸਰੋਕਾਰਾਂ ਨੂੰ ਸੰਬੋਧਨ ਹੁੰਦਾ। ਇਹ ਗੱਲ ਬੜੀ ਮਹੱਤਵਪੂਰਨ ਹੈ ਕਿ ਉਹ ਨਾਰੀ ਦੀ ਅਣਜੋੜ ਵਿਆਹ ਦੀ ਸਮੱਸਿਆ ਨੂੰ ਸਮਝਦਾ ਵੀ ਹੈ ਅਤੇ ਜੰਗਲੀ ਫੁੱਲ ਦੇ ਵਿੱਚ ਚਿੱਤਰਦਾ ਵੀ ਹੈ, ਪਰ ਉਹ ਸਭ ਕੁਝ ਸੁਪਨ ਯਥਾਰਥ ਦੇ ਪੱਧਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਤੇ ਉਸ ਤੋਂ ਅਗਲੀ ਜਿਹੜੀ ਪੀੜ੍ਹੀ ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ ਦੀ ਪੀੜ੍ਹੀ ਸ਼ੁਰੂ ਹੁੰਦੀ ਹੈ। ਮੋਹਨ ਸਿੰਘ ਨਾਰੀ ਨੂੰ ਆਪਣੀ ਪ੍ਰੇਰਨਾ ਮੰਨਦਾ, ਪਤਨੀ ਰੂਪ ਵਿੱਚ ਵੀ ਅਤੇ ਪ੍ਰੇਮਿਕਾ ਰੂਪ ਵਿੱਚ ਵੀ। ਮੋਹਨ ਸਿੰਘ ਦੀ ਇੱਕ ਸੀਮਾ ਹੈ ਕਿ ਉਹ ਨਾਰੀ ਦੇ ਰੂਪ ਨੂੰ ਇੰਦਰਿਆਵੀ ਵਾਸਨਾ ਪੂਰਤੀ ਲਈ ਨੂੰ ਸਮਝਣ ਲਈ ਵਧੇਰੇ ਝੁਕਾਅ ਰੱਖਦਾ ਹੈ। ਇੱਥੋਂ ਤੱਕ ਕਿ ਉਸ ਦੀ ਤਾਜ ਮਹਿਲ ਕਵਿਤਾ ਦਾ ਜਿਹੜਾ ਪਸਾਰ ਪਹਿਲੇ ਪੜਾਅ 'ਤੇ ਮੁਗਲ ਹੁਨਰ ਦੀ ਸਲੋਤਾ, ਦੂਜਾ ਪੜਾਅ ਮੁਗਲ ਰਾਜੇ ਦੇ ਜ਼ੁਲਮ ਅਤੇ ਮਜ਼ਦੂਰਾਂ ਦੇ ਪੱਖ ਦਾ, ਪਰ ਕਵਿਤਾ ਦੀ ਬਣਤਰ ਅੰਦਰ ਕਾਮੁਕ ਇੰਦਰਿਆਵੀ ਵਾਸਨਾਮਈ ਖਿੱਚ ਜਿਹੜੀ ਉਹ ਵਿਦਮਾਨ ਰਹਿੰਦੀ ਹੈ, ਜੋ ਉਸ ਦੀ ਨਾਰੀ ਪ੍ਰਤੀ ਸੋਚ ਨੂੰ ਦਰਸਾਉਂਦੀ ਹੈ। ਇੰਝ ਜਾਪਦਾ ਉਹ ਨਾਰੀ ਦੀ ਸੁੰਦਰਤਾ ਨੂੰ ਸਰੀਰਕ ਅਤੇ ਕਾਮਕ ਹੀ ਸਮਝਦਾ ਹੈ। ਉਸ ਦੀ ਪ੍ਰਸਿੱਧ ਕਵਿਤਾ ਜਾਇਦਾਦ ਵਿੱਚ ਵੀ ਉਹ ਨਾਰੀ ਨੂੰ ਆਜ਼ਾਦ ਕਰਨ ਦੇ ਨਾਲੋਂ ਆਪਣੇ ਨਾਲ ਜੋੜਨ ਵੱਲ ਵੱਧ ਰੁਚਿਤ ਦਿਖਾਈ ਦਿੰਦਾ ਹੈ। ਇਸੇ ਸਮੇਂ ਹੀ ਜਿਹੜੀ ਅੰਮ੍ਰਿਤਾ ਪ੍ਰੀਤਮ ਹੈ ਉਹ ਅੰਨਦਾਤਾ ਵਰਗੀਆਂ ਕਵਿਤਾਵਾਂ ਵਿੱਚ ਮਰਦ ਤੇ ਆਸ਼ਰਿਤ ਨਾਰੀ ਦੀ ਤਰਾਸਦਿਕ ਸਥਿਤੀ ਨੂੰ ਪੇਸ਼ ਕਰ ਰਹੀ ਹੁੰਦੀ ਹੈ। ਬਾਬਾ ਬਲਵੰਤ ਲਈ ਨਾਰੀ ਪ੍ਰੇਰਨਾ ਦੇਣ ਲਈ ਰਹੱਸਮਈ ਸ਼ਕਤੀ ਹੈ, ਪਰ ਉਹ ਮੋਹਨ ਸਿੰਘ ਵਾਲੀ ਇੰਦਰਿਆਵਮਿਕਤਾ ਤੋਂ ਮੁਕਤ ਹੈ। ਸ਼ਿਵ ਕੁਮਾਰ ਦੀ ਕਵਿਤਾ ਵਿੱਚ ਨਾਰੀ ਮੁੜ ਕਾਮਕ ਜਜ਼ਬੇ ਨਾਲ ਹਾਜ਼ਰ ਹੁੰਦੀ ਹੈ। ਭਾਵੇਂ ਸ਼ਿਵ ਕੁਮਾਰ ਨੇ ਲੂਣਾ ਅਤੇ ਹੋਰ ਕਵਿਤਾਵਾਂ ਵਿੱਚ ਨਾਰੀ ਦੀਆਂ ਆਕਾਂਖਿਆਵਾਂ ਨੂੰ ਸਮਝਿਆ, ਪਰ ਇਹ ਮੁੱਖ ਰੂਪ ਵਿੱਚ ਕਾਮ ਆਕਾਂਖਿਆਵਾਂ ਹੀ ਹਨ। ਪੱਛਮ ਦੇ ਵਿੱਚ ਨਾਰੀ ਲਹਿਰ ਦੇ ਜਿਹੜੇ 3 ਮੁੱਖ ਮੁੱਦੇ ਨੇ, ਉਹ ਕੰਮ ਅਧਿਕਾਰ, ਮੱਤ ਅਧਿਕਾਰ ਅਤੇ ਕਾਮ ਅਧਿਕਾਰ ਵਜੋਂ ਉਸ ਸਮੇਂ ਪੇਸ਼ ਹੁੰਦੇ ਆ। ਪੂਰਨ ਸਿੰਘ ਤੋਂ ਲੈ ਕੇ ਸ਼ਿਵ ਕੁਮਾਰ ਤੱਕ ਜਾਪਦਾ ਹੈ ਕਿ ਨਾਰੀ ਦੀਆਂ ਕਾਮ ਆਕਾਂਖਿਆਵਾਂ ਨੂੰ ਸਮਝ ਕੇ ਮਰਦ ਕਵੀਆਂ ਨੇ ਜ਼ੁਬਾਨ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਹ ਜ਼ਿਆਦਾਤਰ ਸਰੀਰ ਤੱਕ ਹੀ ਸੀਮਿਤ ਸੀ। ਇਸ ਸਮੇਂ ਦੀਆਂ ਨਾਰੀ ਕਵੀਆਂ ਨੇ ਨਰ ਨਾਰੀ ਸੰਬੰਧਾਂ ਵਿੱਚ ਕਾਮ ਅਧਿਕਾਰਾਂ ਦੇ ਨਾਲ ਬਰਾਬਰਤਾ ਦਾ ਮੁੱਦਾ ਉਠਾਇਆ ਅਤੇ ਉਹਨਾਂ ਨੇ ਸਿੱਧੇ ਜਾਂ ਸਿੱਧੇ ਢੰਗ ਨਾਲ ਵਿਆਹ ਸੰਸਥਾ 'ਤੇ ਉਂਗਲ ਰੱਖੀ। ਇਸ ਸੰਬੰਧੀ ਮਨਜੀਤ ਟਵਾਣਾ ਦੀ ਜਿਹੜੀ ਕਵਿਤਾ ਹੈ ਪਤੀ ਇੱਕ ਭੁੱਖਾ ਭੇੜੀਆ ਵਾਲੀ, ਉਹ ਤੁਸੀਂ ਸਾਰਿਆਂ ਨੇ ਮੇਰਾ ਖਿਆਲ ਪੜ੍ਹੀ ਹੋਏਗੀ। ਉਸ ਦੀ ਇੱਕ ਹੋਰ ਕਵਿਤਾ ਖੌਫ ਦਾ ਬਲਬ, ਇਹਦੀਆਂ ਕੁਝ ਪੰਕਤੀਆਂ ਮੈਂ ਤੁਹਾਨੂੰ ਸੁਣਾਉਣ ਲੱਗੀ ਹਾਂ। ਉਹ ਕਹਿੰਦੀ, ਮੇਰੇ ਘਰ ਅੰਦਰ ਵੜਦਿਆਂ ਬੱਤੀ ਬੁਝਾਉਣ ਤੋਂ ਪਹਿਲੇ ਕੁਝ ਪਲ ਇਸ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਮੈਂ ਅੱਧੀ ਰਾਤੀ ਸੜਕ 'ਤੇ ਇਕੱਲੀ ਗੁੰਡੇ ਬਦਮਾਸ਼ਾਂ ਵਿੱਚ ਘਿਰ ਜਾਵਾਂ, ਬਾਹਰੋਂ ਉਹਨਾਂ ਨੂੰ ਡਰਾਉਂਦੀ, ਅੰਦਰੋਂ ਘਬਰਾਉਂਦੀ। ਇਹ ਹਾਲ ਹੈ ਅੱਜ ਕੱਲ੍ਹ ਮੇਰਾ। ਮੇਰੇ ਹੀ ਘਰ ਅੰਦਰ ਵੜਦਿਆਂ ਅਤੇ ਹਰ ਰਾਤ ਕੱਟਦਿਆਂ ਘਰ ਲੱਭਦੀ ਮੈਂ ਵਿਆਹ ਨਾਲ ਜਾ ਟਕਰਾਈ। ਵਿਆਹ ਨਾਲ ਘਰ ਨਹੀਂ ਬਣਦੇ, ਸਿਰਫ ਘਰ ਦੇ ਭਰਮ ਟੁੱਟਦੇ ਨੇ। ਇਹ ਮਤਲਬ ਉਹਦੀ ਖਾਸੀ ਲੰਬੀ ਕਵਿਤਾ ਹੈਗੀ। ਉਹ ਕਹਿੰਦੀ, ਵੈਸੇ ਇਸ ਘਰ 'ਚ ਕਾਸੇ, ਫਿਰ ਉਹ ਆਪਦੇ ਮਨ ਦੇ ਵਿੱਚ ਇੱਕ ਇਹੋ ਜਿਹਾ ਘਰ ਸਿਰਜਦੀ ਹੈ ਜਿਹੜਾ ਉਹਨੂੰ ਲੱਗਦਾ ਜਿੱਥੇ ਨਾਰੀ ਮਤਲਬ ਆਪਣੇ ਭਾਵ ਵਿਅਕਤ ਕਰ ਸਕੇ, ਆਜ਼ਾਦ ਹੋਵੇ, ਉਸ 'ਤੇ ਕੋਈ ਇੱਦਾਂ ਦਾ ਬੰਧਨ ਨਾ ਹੋਵੇ। ਉਹ ਕਹਿੰਦੀ ਹੁਣ ਉਹ ਜਿਹੜਾ ਸੁਪਨਿਆਂ ਦਾ ਘਰ ਹੈ। ਕਹਿੰਦੀ ਵੈਸੇ ਇਸ ਘਰ 'ਚ ਕਿਸੇ ਚੀਜ਼ ਦੀ ਘਾਟ ਨਹੀਂ, ਮਸਲਨ ਮੈਂ ਹਾਂ, ਮੇਰੀ ਜਾਨ ਹੈ, ਸਾਹ ਨੇ, ਸੁਪਨੇ ਨੇ, ਖਿੜਕੀਆਂ ਨੇ, ਦਰਵਾਜ਼ੇ ਨੇ, ਖਿਆਲਾਂ ਨੂੰ ਆਉਣ ਜਾਣ ਦੀ ਪੂਰਨ ਆਜ਼ਾਦੀ। ਹੁਣ ਜਿਹੜਾ ਮਸਲਾ ਪੈਦਾ ਹੁੰਦਾ ਉਹ ਖਿਆਲਾਂ ਦੀ ਪੂਰਨ ਆਜ਼ਾਦੀ ਦਾ, ਉਹ ਸਭ ਤੋਂ ਵੱਧ ਮਹੱਤਵਪੂਰਨ ਬਣ ਜਾਂਦਾ ਹੈ। ਇਸ ਪਿਛੋਕੜ ਪਿੱਛੋਂ ਸਮਕਾਲੀ ਪੰਜਾਬੀ ਮਰਦ ਅਤੇ ਨਾਰੀ ਕਾਵਿ ਜਨਮ ਲੈਂਦੇ ਨੇ। ਸੰਵੇਦਨਸ਼ੀਲ ਮਰਦ ਕਵੀਆਂ ਨੇ ਵੀ ਨਾਰੀ ਦੀ ਤਰਾਸਦਿਕ ਸਥਿਤੀ ਨੂੰ ਆਪਣੇ ਢੰਗ ਨਾਲ ਜ਼ੁਬਾਨ ਦਿੱਤੀ। ਨਾਰੀ ਦੀ ਜ਼ਿੰਦਗੀ ਵਿੱਚ ਵਿਆਹ ਇੱਕ ਬਹੁਤ ਮਹੱਤਵਪੂਰਨ ਘਟਨਾ ਹੈ, ਜਿਸ ਨਾਲ ਉਸ ਦੀ ਮੁਹੱਬਤ, ਨਾ ਮੁਹੱਬਤ, ਆਰਥਿਕਤਾ, ਭਵਿੱਖੀ ਸੁਰੱਖਿਆ ਅਤੇ ਜੀਵਨ ਸ਼ੈਲੀ ਜੁੜਨੀ ਹੁੰਦੀ ਹੈ। ਇਸ ਬਾਰੇ ਪਾਸ਼ ਬੜਾ ਸਪਸ਼ਟ ਹੈ। ਇਸ ਸੰਬੰਧੀ ਉਸ ਦੀ ਕਵਿਤਾ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਏਗਾ ਅਤੇ ਜਾਂ ਫਿਰ ਤੈਨੂੰ ਭਰਮੀ ਰਹਿਣਾ ਸੀ ਜੇ ਤੂੰ ਨਮਕ ਲਾਵੇ ਜਾਂਦੀ, ਇਹ ਤੁਸੀਂ ਪੜ੍ਹ ਸਕਦੇ ਹੋ। ਇਸ ਬਾਰੇ ਸੁਰਜੀਤ ਪਾਤਰ ਦੀ ਗਜ਼ਲ ਦਾ ਇੱਕ ਸ਼ੇਅਰ ਵੀ ਬੜਾ ਢੁਕਵਾਂ ਹੈ ਕਿ ਇੱਕ ਕੈਦ 'ਚੋਂ ਦੂਜੀ ਕੈਦ 'ਚ ਪਹੁੰਚ ਗਈ, ਕੀ ਖੱਟਿਆ ਮਹਿੰਦੀ ਲਾ ਕੇ ਅਤੇ ਵਟਣਾ ਮਲ ਕੇ। ਸਾਡੇ ਬਹੁਤੇ ਪੰਜਾਬੀ ਕਵੀ ਆਪਣੀ ਕਵਿਤਾ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਤਾਂ ਕਰਦੇ ਨੇ ਅਤੇ ਦੁਨੀਆ ਭਰ ਦਾ ਉਹ ਫਿਕਰ ਵੀ ਕਰਦੇ ਨੇ। ਇਹ ਚੰਗੀ ਗੱਲ ਹੈ ਕਿ ਕਦੇ ਕਦਾਈ ਅਚੇਤ ਜਾਂ ਸੁਚੇਤ ਹਲਕਾ ਵਿਅੰਗ ਕਰਨ ਤੋਂ ਬਿਨਾਂ ਨਾਰੀ ਪ੍ਰਤੀ ਕੋਈ ਮੰਦੀ ਭਾਵਨਾ ਤਾਂ ਨਹੀਂ ਨਜ਼ਰ ਆਉਂਦੀ, ਪਰ ਉਹ ਨਾਰੀ ਮਨ ਪ੍ਰਤੀ ਬਹੁਤੇ ਸੰਵੇਦਨਸ਼ੀਲ ਵੀ ਨਹੀਂ। ਨਾਰੀ ਨੂੰ ਮਾਂ ਧੀ ਦੇ ਰੂਪ ਵਿੱਚ ਤਾਂ ਉਚਾਇਆ
ਤੇ ਵਡਿਆਇਆ ਮਿਲਦਾ ਹੈ। ਉਹ ਮੋਹਨ ਸਿੰਘ ਦੇ ਮਾਂ ਵਰਗਾ ਘਣਸ਼ਾਵਾਂ ਬੂਟਾ ਤੋਂ ਲੈ ਕੇ ਹਰਦੇਵ ਦਲਗੀਰ ਦੇ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਤੱਕ ਵਿਦਮਾਨ ਹੈ। ਅਤੇ ਧੀ ਪ੍ਰਤੀ ਵੀ ਇੱਕ ਓਪਰਾ ਜਿਹਾ ਤਰਸ ਭਰਿਆ ਕਰੁਣਾ ਭਾਵ ਮਿਲਦਾ ਹੈ। ਪਰ ਮਾਨਵੀ ਮੁੱਲਾਂ ਵਿੱਚ ਨਾਰੀ ਨੂੰ ਮਨੁੱਖ ਵਜੋਂ ਸਮਝਣਾ ਤੇ ਸਮਕਾਲੀ ਕਵਿਤਾ ਦੇ ਹਿੱਸੇ ਘੱਟ ਆਇਆ। ਇੱਥੋਂ ਜਾਪਦਾ ਕਿ ਸ਼ਾਇਦ ਨਾਰੀ ਸਰੋਕਾਰਾਂ ਨੂੰ ਨਾਰੀ ਕਵੀ ਹੀ ਵਧੇਰੇ ਸ਼ਿੱਦਤ ਨਾਲ ਪੇਸ਼ ਕਰ ਸਕਦੇ ਨੇ ਤੇ ਜਾਂ ਕਹਿ ਲਾਂ ਕਿ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਮੇਂ ਨਾਰੀ ਕਾਵਿ ਸਮਾਜਿਕ ਸਰੋਕਾਰਾਂ ਵੱਲ ਪਰਤ ਰਿਹਾ ਹੈ। ਅਜਿਹਾ ਬਹੁਤਾ ਨਾਰੀ ਕਾਵਿ ਆਮ ਕਰਕੇ ਮਰਦ ਕਾਵਿ ਦੇ ਪਦ ਚਿੰਨ੍ਹਾਂ 'ਤੇ ਹੀ ਚੱਲਦਾ ਹੈ। ਪਰ ਕੁਝ ਅਜਿਹੇ ਨਾਰੀ ਕਾਵਿ ਦੇ ਝਲਕਾਰੇ ਮਿਲਦੇ ਨੇ ਜਿੱਥੇ ਉਸ ਨੇ ਸਮਾਜਿਕ ਸਮੱਸਿਆਵਾਂ ਨੂੰ ਵੱਖਰੇ ਨਾਰੀ ਨਜ਼ਰੀਏ ਤੋਂ ਵੇਖਿਆ ਹੈ ਤੇ ਹੱਲ ਸੁਝਾਏ ਨੇ। ਗੱਲ ਸਿਰਫ ਵਿਸ਼ਿਆਂ ਸਮੱਸਿਆਵਾਂ ਸਰੋਕਾਰਾਂ ਦੀ ਨਹੀਂ ਸਗੋਂ ਉਸ ਨੂੰ ਪ੍ਰਗਟਾਉਣ ਦੀ ਵਿਧੀ ਵਿੱਚ ਹੈ। ਅਸੀਂ ਨਾਰੀ ਕਾਵਿ ਦੀ ਇਸ ਵਿਲੱਖਣਤਾ ਨੂੰ ਪਛਾਣਦੇ ਹਾਂ ਪਰ ਅਜੇ ਉਸ ਦੀ ਵਿਲੱਖਣਤਾ ਨੂੰ ਸੂਤਰਬੱਧ ਕਰਨਾ ਬਾਕੀ ਹੈ। ਮੋਹਨਜੀਤ ਦੀ ਲੰਮੀ ਕਵਿਤਾ ਜਿਹੜਾ ਕੋਣੇ ਦਾ ਸੂਰਜ ਹੈ ਉਹ ਤੁਸੀਂ ਅਗਰ ਪੜ੍ਹਦੇ ਹੋ ਤਾਂ ਉਹਦੇ ਵਿੱਚ ਇੱਕ ਪਾਸੇ ਤਾਂ ਮਰਦ ਦੀ ਆਪਣੀ ਹਉਮੈ ਲਈ ਬਣਾਏ ਜਾ ਰਹੇ ਉਹ ਭਵਨਾਂ ਦੀ ਬਾਤ ਪਾਉਂਦਾ ਹੈ ਪਰ ਦੂਜੇ ਪਾਸੇ ਇਹਨਾਂ ਭਵਨਾਂ ਨੂੰ ਬਣਾਉਣ ਵਾਲੇ ਸ਼ਿਲਪਕਾਰਾਂ ਦੀਆਂ ਪਤਨੀਆਂ ਦੇ ਵਿਯੋਗ ਨੂੰ ਵੀ ਚਿੱਤਰਦਾ ਹੈ। ਬਿਨਾਂ ਸ਼ੱਕ ਲੇਖਕ ਦੀ ਹਮਦਰਦੀ ਸ਼ਿਲਪਕਾਰਾਂ ਤੇ ਉਹਨਾਂ ਦੀਆਂ ਪਤਨੀਆਂ ਨਾਲ ਹੈ ਪਰ ਇਹ ਸਭ ਜ਼ਿਆਦਾਤਰ ਸਰੀਰਕ ਆਕਾਂਖਿਆਵਾਂ ਤੱਕ ਹੀ ਸੀਮਤ ਹੈ। ਇਸ ਦਾ ਦੂਸਰਾ ਪਸਾਰ ਇੱਕ ਪਾਸੇ ਦੇਵਦਾਸੀਆਂ ਨਾਲ ਹਮਦਰਦੀ ਵਜੋਂ ਜੋੜਿਆ ਗਿਆ ਤੇ ਦੂਜਾ ਪਸਾਰ ਸ਼ਿਲਪਾ ਦਾ ਸ਼ਿਲਪਕਾਰ ਕਮਲ ਨਾਲ ਮਾਡਲ ਬਣਨਾ ਤੇ ਮੁੜ ਉਸ ਦਾ ਪਿਤਾ ਨਾਲ ਟਕਰਾਓ ਤੇ ਉਸ ਨੂੰ ਦੇਸ਼ ਨਿਕਾਲਾ ਮਿਲਣ ਦੀ ਕਥਾ ਹੈ। ਆਪਣੇ ਆਪ ਵਿੱਚ ਇਹ ਕਥਾ ਨਾਰੀ ਤਰਾਸਦੀ ਨੂੰ ਮਰਦ ਦੇ ਨਜ਼ਰੀਏ ਤੋਂ ਬਿਆਨਦੀ ਹੈ ਤੇ ਉਹ ਦੇਵਦਾਸੀਆਂ ਬਾਰੇ ਲਿਖਦਾ ਹੈ। ਦੇਵਦਾਸੀਆਂ ਜੋ ਦੇਵਤੇ ਦੀ ਆਰਾਧਨਾ ਲਈ ਸਨ ਕੌਣ ਸਨ? ਨਿਰਧਨਾ ਦਲਤਾਂ ਦੀਆਂ ਜਾਈਆਂ ਕੁਝ ਕੁ ਧਨ ਜਾਂ ਭੋਜਨ ਦੇ ਟੁਕੜੇ ਲਈ ਮੰਦਰਾਂ ਨੂੰ ਅਰਪੀਆਂ। ਸੋ ਇਸ ਦੇ ਨਾਲ ਹੀ ਇਸੇ ਸਮੇਂ ਹੀ ਸਾਡੀ ਸਥਾਪਿਤ ਜਿਹੜੀ ਨਾਰੀ ਕਵੀ ਪਾਲ ਕੌਰ ਨਾਰੀ ਦੇ ਜਨਮ ਸਮੇਂ ਹੁੰਦੇ ਲਿੰਗ ਵਿਤਕਰੇ ਬਾਰੇ ਆਪਣੀ ਕਵਿਤਾ ਖੱਬਲ ਦੇ ਵਿੱਚ ਉਹ ਔਰਤ ਦੀ ਤਰਾਸਦੀ ਬਾਰੇ ਕੇਵਲ ਗੱਲਾਂ ਹੀ ਨਹੀਂ ਕਰਦੀ ਬਲਕਿ ਉਹ ਆਪਣੇ ਜਿਹੜੇ ਕਵੀਆਂ ਨਾਲ ਆਪਣੇ ਤੋਂ ਪਹਿਲਾਂ ਦੇ ਕਵੀਆਂ ਮੋਹਨ ਸਿੰਘ ਤੇ ਪਾਸ਼ ਵਰਗੇ ਕਵੀਆਂ ਦੇ ਨਾਲ ਸੰਵਾਦ ਵੀ ਰਚਾਉਂਦੀ ਹੈ ਤੇ ਉਹ ਬਹੁਤ ਵੱਡੇ ਪ੍ਰਸ਼ਨ ਖੜੇ ਕਰਦੀ ਹੈ। ਉਹ ਕਹਿੰਦੀ ਸੁਣਿਆ ਏ ਕਿ ਮੈਂ ਜਦੋਂ ਜੰਮੀ ਸਾਂ ਤਾਂ ਮੈਨੂੰ ਵੇਖ ਕੇ ਕਿਸੇ ਨੇ ਮੂੰਹ ਫੇਰ ਲਿਆ ਸੀ ਤੇ ਕਿਸੇ ਨੇ ਪਿੱਠ ਕਰ ਲਈ ਸੀ ਤੇ ਜਿਵੇਂ ਕਹਿੰਦੇ ਨੇ ਕਿ ਬੱਚਾ 21 ਦਿਨਾਂ ਦੇ ਵਿੱਚ ਪਿਓ ਦੀ ਪੱਗ ਪਛਾਣ ਲੈਂਦਾ ਤੇ ਮੈਂ ਪਿੱਠ ਪਛਾਣ ਲਈ ਸੀ। ਉਦੋਂ ਹੀ ਮੈਂ ਪਿੱਠਾਂ ਨੂੰ ਵੇਖਣ ਤੇ ਜਰਨ ਦੀ ਆਦੀ ਹੋ ਗਈ ਤੇ ਜਦੋਂ ਵੀ ਅੱਖਾਂ 'ਚ ਰੋਹ ਭਰਿਆ ਤਾਂ ਮੈਂ ਉਹਨਾਂ ਪਿੱਠਾਂ ਉੱਪਰ ਆਪਣੀ ਉਦਾਸ ਇਬਾਰਤ ਲਿਖ ਦਿੱਤੀ ਜਿਸ ਨੂੰ ਪਿੱਠਾਂ ਵਾਲੇ ਕਦੇ ਵੀ ਪੜ੍ਹ ਨਹੀਂ ਸਕੇ। ਮੈਂ ਤਾਂ ਕਿਆਰੀ ਵਿੱਚ ਹੋਰ ਨਾ ਪੌਦਿਆਂ ਵਾਂਗ ਕਿਸੇ ਖੱਬਲ ਵਾਂਗ ਉੱਗ ਪਈ। ਸੋ ਅੱਗੇ ਜਾ ਕੇ ਉਹ ਕਹਿੰਦੀ ਹੈ ਕਿ ਮੈਂ ਛਾਂ ਦੇ ਇੱਕ ਇਹਦੇ ਵਿੱਚ ਉਹ ਗੱਲ ਰਹਿ ਗਈ ਹਾਂ ਉਹ ਕਹਿੰਦੀ ਖੱਬਲ ਵਰਗੀ ਹੋਂਦ ਨੇ ਪਿਆਰ ਭਰੇ ਹੱਥ ਦੇ ਪੋਟਿਆਂ ਦੀ ਛੋਹ ਲਈ ਮੇਰੀ ਸਹਿਕ ਨੇ ਤੇ ਘਣਸ਼ਾਵਾਂ ਬੂਟਾ ਹੁੰਦਿਆਂ ਸੁੰਦਿਆਂ ਮਤਲਬ ਮੋਹਨ ਸਿੰਘ ਨੇ ਘਣਸ਼ਾਵਾਂ ਬੂਟਾ ਲਿਖਿਆ ਸੀ। ਮੇਰੇ ਹਿੱਸੇ ਆਈ ਤਿੱਖੀ ਧੁੱਪ ਦੇ ਅਹਿਸਾਸ ਨੇ ਮੈਨੂੰ ਮੰਗਤੀ ਬਣਾ ਦਿੱਤਾ। ਸੋ ਮਾਂ ਦਾ ਘਣਸ਼ਾਵਾਂ ਬੂਟਾ ਨਾ ਲੜਕੇ ਲਈ ਹੋਰ ਹੈ ਤੇ ਧੀ ਲਈ ਹੋਰ ਹੈ। ਇਹ ਪ੍ਰਸ਼ਨ ਹੈ ਇਹ ਨਾਰੀ ਕਾਵਿ ਦੇ ਵਿੱਚ ਹੀ ਉੱਠਿਆ ਕਿਸੇ ਮਰਦ ਕਵੀ ਵੱਲੋਂ ਨਹੀਂ ਉੱਠਿਆ। ਮੈਂ ਛਾਂ ਦੇ ਇੱਕ ਇੱਕ ਕਤਰੇ ਲਈ ਉੜਦੇ ਬਾਜ਼ਾਂ ਮਗਰ ਵੀ ਭੱਜੀ ਹਾਂ ਤੇ ਦਰੋਂ ਬੇਦਰ ਹੋ ਕੇ ਕਈ ਵਾਰ ਬੇਆਬਰੂ ਵੀ ਹੋਈ ਹਾਂ। ਤੇ ਇਸ ਦੇ ਨਾਲ ਹੀ ਸੁਖਵਿੰਦਰ ਅੰਮ੍ਰਿਤ ਲਿਖਦੀ ਹੈ ਕਹਿੰਦੀ ਤੁਹਾਡੇ ਖਿੜਨ ਤੇ ਮਾਯੂਸ ਕਿਉਂ ਹੋ ਜਾਂਦੀਆਂ ਲਗਰਾਂ ਤੇ ਰੁੱਖ ਵਿਹੜੇ ਦੇ ਕਰ ਲੈਂਦੇ ਨੇ ਕਾਹਤੋਂ ਨੀਵੀਆਂ ਨਜ਼ਰਾਂ ਇੱਕ ਐਸੀ ਬੇਵਸੀ ਹੈ ਬਣਦੀਆਂ ਕੁੱਖਾਂ ਹੀ ਕਿਉਂ ਕਬਰਾਂ ਮਿਲੇ ਕਿਉਂ ਜੂਨ ਹੋ ਕੇ ਦੀ ਨਿਹਾਸੇ ਵਰਗਿਓ ਕੁੜਿਓ। ਸੋ ਲੜਕੀ ਦੇ ਜਨਮ ਸੰਬੰਧੀ ਇੱਕ ਪਾਸੇ ਲੇਖਕ ਮਾਂ ਤੇ ਲਿਖਦੇ ਨੇ ਦੂਜੇ ਪਾਸੇ ਧੀ ਤੇ ਲਿਖਦੇ ਨੇ ਪਰ ਇਹ ਐਡਾ ਵੱਡਾ ਦੁਖਾਂਤ ਹੈ ਜਿਹੜਾ ਮਹਿਸੂਸਣ ਦੀ ਪ੍ਰਕਿਰਿਆ ਤੇ ਢੇਰ ਸਾਰਾ ਇਹਦੇ ਵਿੱਚ ਅੰਤਰ ਹੈ। ਹੁਣ ਇਸ ਦੇ ਨਾਲ ਅੱਗੇ ਸਾਡੇ ਸੰਤ ਰਾਮ ਉਦਾਸੀ ਨੇ ਜਿਹੜੇ ਖੁਦ ਭਾਵੇਂ ਦਲਿਤ ਵੀ ਨੇ ਪਰ ਉਹ ਇੱਕ ਇਨਕਲਾਬੀ ਕਵੀ ਨੇਗੇ। ਉਹ ਜਦੋਂ ਨਾਰੀ ਸਰੋਕਾਰਾਂ ਦੀ ਗੱਲ ਕਰਦੇ ਨੇ ਉਹਨਾਂ ਦੀ ਨਾਰੀ ਦੇ ਸਰੋਕਾਰ ਵੱਖਰੇ ਹੋਣੇ ਕੁਦਰਤੀ ਹੈ ਕਿਉਂਕਿ ਜਿਹੜੇ ਦਲਿਤ ਨਾਰੀ ਦੇ ਸਰੋਕਾਰ ਹੈ ਉੱਥੇ ਰੋਜ਼ੀ ਰੋਟੀ ਦਾ ਜਿਹੜਾ ਮਸਲਾ ਹੈ ਉਹ ਪਹਿਲੇ ਨੰਬਰ 'ਤੇ ਹੈ ਉੱਥੇ ਚਰਿੱਤਰ ਦਾ ਮਸਲਾ ਜਿਹੜਾ ਉਹ ਦੂਜੇ ਨੰਬਰ 'ਤੇ ਹੈ। ਪਰ ਇਸ ਦੇ ਬਾਵਜੂਦ ਉਸ ਸਟਰਕਚਰ ਦੇ ਵਿੱਚ ਵੀ ਉਹ ਸਾਰੀਆਂ ਜਿਹੜੀਆਂ ਸਮਾਜਿਕ ਅਲਾਮਤਾਂ ਨੇ ਉਹ ਉਸੇ ਤਰ੍ਹਾਂ ਹੀ ਦਾਜ ਵਰਗੀਆਂ ਜਿਹੜੀਆਂ ਗੱਲਾਂ ਨੇ ਉਹ ਉਵੇਂ ਹੀ ਮੂੰਹ ਅੱਡੀ ਖੜੀਆਂ ਨੇ।
ਤੇ ਜਵਾਨ ਹੋ ਰਹੀ ਕੁੜੀ ਦਾ ਇੱਕ ਦਲਿਤ ਕੁੜੀ ਸਾਹਮਣੇ ਕੀ ਸਮੱਸਿਆ ਹੈ, ਤੇ ਉਹ ਕਹਿੰਦੀ ਸੁੱਤੇ ਸੁੱਤੇ ਪਏ ਦੀ ਤਾਂ ਨੀਂਦ ਤੇਰੀ ਉੱਡ ਜਾਂਦੀ ਹੋਈ ਸੀ ਮੈਂ ਜਿੱਦਾਂ ਦੀ ਜਵਾਨ। ਤੇ ਉਹ ਮੁੱਖ ਦੁਸ਼ਮਣ ਕਿਸ ਨੂੰ ਟਿਕਦਾ ਏ, ਕਿਉਂ ਜੋ ਸਰਮਾਏਦਾਰੀ ਦੌਰ ਵਿੱਚ ਬੜਾ ਔਖਾ ਸਾਂਭਣਾ ਵੇ ਧੀਆਂ ਨੂੰ ਈਮਾਨ। ਤੇ ਫਿਰ ਉਹ ਉਸ ਔਰਤ ਨੂੰ ਦਾ ਜਿਹੜਾ ਹੱਲ ਸੋਚਦਾ ਹੈ ਉਹ ਹਥਿਆਰਬੰਦ ਇਨਕਲਾਬ ਦੇ ਵਿੱਚੋਂ ਹੀ ਸੋਚਦਾ ਕਿ ਔਰਤ ਦੀ ਮੁਕਤੀ ਉਸ ਹਥਿਆਰਬੰਦ ਇਨਕਲਾਬ ਦੇ ਨਾਲ ਹੀ ਹੋਣੀ ਹੈ। ਤੇ ਉਹ ਫਿਰ ਪ੍ਰੇਰਦਾ ਕਹਿੰਦਾ ਕਿ ਇੱਕ ਤਲਵਾਰ ਮੇਰੀ ਡੋਲੀ ਵਿੱਚ ਰੱਖ ਦਿਓ, ਹੋਰ ਵੀਰੋ ਦਿਓ ਨਾ ਵੇ ਦਾਜ, ਸਾਡੇ ਵੱਲ ਕਹਿਰੀ ਅੱਖ ਝਾਕ ਵੀ ਨਾ ਸਕੇ, ਸਾਡਾ ਰਸਮੀ ਤੇ ਵਹਿਮੀ ਏ ਸਮਾਜ। ਸੋ ਇਨਕਲਾਬੀ ਕਵੀ ਪਾਸ਼ ਹੈ ਜਿਹੜਾ ਇਹ ਲੋਕ ਗੀਤਾਂ ਰਾਹੀਂ ਨਾਰੀ ਮਨ ਦੀ ਲੋਚਾਂ ਤੇ ਚਾਹਨਾ ਨੂੰ ਦਲਿਤ ਕੁੜੀ ਦੇ ਪ੍ਰਸੰਗ ਵਿੱਚ ਯਥਾਰਥ ਦੇ ਧਰਾਤਲ 'ਤੇ ਲੈ ਆਉਂਦਾ ਹੈ। ਇੱਕ ਪਾਸੇ ਤਾਂ ਜਿਹੜੀ ਨਾਰੀ ਆ ਉਹ ਲੋਕ ਗੀਤਾਂ ਦੇ ਰਾਹੀਂ ਆਪਣੇ ਭਾਵ ਵਿਅਕਤ ਕਰਦੀ ਹੈ, ਸਾਡਾ ਚਿੜੀਆਂ ਦਾ ਚੰਬਾ ਬੇਬਾਵਲ ਅਸਾਂ ਉੱਡ ਜਾਣਾ। ਉਹ ਕਹਿੰਦਾ ਚਿੜੀਆਂ ਦਾ ਚੰਬਾ ਉੱਡ ਕੇ ਕਿਧਰੇ ਨਹੀਂ ਜਾਏਗਾ, ਇੱਥੇ ਕਿਤੇ ਉਰੇ ਪਰੇ ਬੰਨਿਆਂ 'ਤੇ ਘਾਹ ਖੋਤੇਗਾ, ਰੁੱਖੀਆਂ ਮਿੱਸੀਆਂ ਰੋਟੀਆਂ ਢੋਇਆ ਕਰੇਗਾ ਤੇ ਮੈਲੀਆਂ ਚੁੰਨੀਆਂ ਭਿਉਂ ਕੇ ਲੋਆਂ ਨਾਲ ਲੂਸੇ ਚਿਹਰਿਆਂ 'ਤੇ ਫੇਰੇਗਾ। ਸਵੇਰੇ ਜਿਹੜਾ ਜਿਵੇਂ ਪ੍ਰਸ਼ਨ ਉੱਠਿਆ ਸੀ, ਭਾਵੇਂ ਮਤਲਬ ਇੱਕ ਜਿਹੜਾ ਕਵੀ ਹੈ ਉਹ ਭਾਵੇਂ ਉਸ ਕੈਟਾਗਰੀ ਦੇ ਵਿੱਚੋਂ ਖੁਦ ਨਹੀਂ ਆਉਂਦਾ, ਪਰ ਉਹ ਦੂਜਿਆਂ ਦੇ ਦਰਦ ਨੂੰ ਦੇਖਦਾ ਕਿਵੇਂ ਆ। ਇਸੇ ਤਰ੍ਹਾਂ ਹੀ ਅੱਗੇ ਜਾ ਕੇ ਜਿਹੜਾ ਮਸਲਾ ਖੜਾ ਹੋਣਾ ਕਿ ਇੱਕ ਜਿਹੜੀ ਔਰਤ ਹੈ, ਇਹ ਮੈਂ ਅੱਗੇ ਪਾਸ਼ ਹੋਰਾਂ ਦੀਆਂ ਕਵਿਤਾਵਾਂ ਕਿਉਂਕਿ ਤੁਸੀਂ ਪੜ੍ਹੀਆਂ ਹੋਣਗੀਆਂ ਤੇ ਮੈਂ ਇਹਨਾਂ ਨੂੰ ਛੱਡ ਦਿੰਦੀ ਹਾਂ। ਸੋ ਇਸ ਤੋਂ ਪਿੱਛੋਂ ਨਾਰੀ ਕਾਵਿ ਦਾ ਇੱਕ ਕਹਿ ਲਈਏ ਕਿ ਇੱਕ ਝਰਨਾ ਫੁੱਟ ਪੈਂਦਾ ਏ। ਮਨਜੀਤ ਟਿਵਾਣਾ ਦੇ ਘਰ ਵਸਾਉਣ ਦੀ ਜਿਹੜੀ ਲਾਲਸਾ ਵਿੱਚ ਮਰਦਾਵੇਂ ਜਾਲ ਦੇ ਵਿੱਚ ਫਸਦੀ ਨਾਰੀ ਦੇ ਦਰਦ ਨੂੰ ਮਤਲਬ ਕਿਵੇਂ ਦੁਹਰਾਉਂਦੀ ਹੈ। ਜਿਹੜੀ ਪਹਿਲਾਂ ਤੁਹਾਨੂੰ ਮਨਜੀਤ ਟਿਵਾਣਾ ਦੀ ਜਿਹੜੀ ਉਹ ਕਵਿਤਾ ਸੁਣਾਤੀ ਕਿ ਕਿਵੇਂ ਘਰ ਨਾਲ ਟਕਰਾਉਂਦੀ ਹੈ, ਪਰ ਉਸੇ ਗੱਲ ਨੂੰ ਆਪਾਂ ਕਹਿ ਲਈਏ ਕਿ ਸੈਕਿੰਡ ਕਰਦੀ ਹੈ ਨਾਰੀ ਕਾਵਿ ਦੇ ਵਿੱਚ ਸੁਖਵਿੰਦਰ ਅੰਮ੍ਰਿਤ। ਉਹਦੀ ਕਵਿਤਾ ਪ੍ਰੀਤ ਨਿਵਾਸ। ਉਹ ਕਹਿੰਦੀ ਆਖਰ ਉਹ ਉਸ ਦੇ ਜਾਲ ਵਿੱਚ ਫਸ ਹੀ ਗਈ ਤੇ ਉਹ ਉਸ ਨੂੰ ਘਰ ਲੈ ਆਇਆ। ਹੁਣ ਉਹ ਇੱਕ ਕੱਚ ਦੇ ਮਰਤਬਾਨ ਵਿੱਚ ਤਰਲੋ ਮੱਛੀ ਹੁੰਦੀ ਰਹਿੰਦੀ ਹੈ ਜਿਸ ਦੇ ਬਾਹਰ ਲਿਖਿਆ ਹੋਇਆ ਹੈ ਪ੍ਰੀਤ ਨਿਵਾਸ। ਮੁੰਡਾ ਬਿਨਾਂ ਨਾਗਾ ਆਟੇ ਦੀ ਗੋਲੀ ਮਰਤਬਾਨ ਵਿੱਚ ਸੁੱਟਦਾ ਤੇ ਆਪ ਨਿਕਲ ਜਾਂਦਾ ਦਰਿਆ ਦੀ ਸੈਰ ਨੂੰ ਹੋਰ ਦਰਿਆਈ ਮੱਛੀਆਂ ਦੇਖਣ। ਸੋ ਇੱਕ ਘਰ ਹੈ ਜਿਹੜਾ ਉਹ ਮਨ ਦੇ ਵਿੱਚ ਵਸਿਆ ਹੋਇਆ ਘਰ ਹੈ। ਇਹ ਜਿਹੜੇ ਪ੍ਰੀਤ ਨਿਵਾਸ ਹੈ ਸਾਡੇ ਪੰਜਾਬੀ ਸਮਾਜ ਦੇ ਵਿੱਚ ਮੇਰਾ ਖਿਆਲ ਹਰ ਦੂਜਾ ਤੀਜਾ ਘਰ ਪ੍ਰੀਤ ਨਿਵਾਸ ਹੀ ਹੈ ਤੇ ਉਸ ਦੇ ਮਰਤਬਾਨ ਦੇ ਵਿੱਚ ਇਸ ਤਰ੍ਹਾਂ ਗੋਲੀਆਂ ਸਿੱਟੀਆਂ ਜਾ ਰਹੀਆਂ ਨੇਗੀਆਂ। ਹੁਣ ਮਸਲਾ ਹੁੰਦਾ ਹੈ ਕਿ ਇੱਕ ਜਿਹੜੀ ਨਾਰੀ ਕਵੀ ਆ ਉਹ ਪ੍ਰਵਾਸੀ ਬੁੱਢੇ ਦੇ ਨਾਲ ਜਿਹੜੀ ਵਿਆਹੀ ਔਰਤ ਨੂੰ ਉਹ ਕਿਵੇਂ ਦੇਖਦੀ ਹੈ, ਗਰੀਬ ਲੜਕੀ ਦੀ ਗੱਲ ਉਹ ਕਿਵੇਂ ਕਰਦੀ ਹੈ, ਤਾਂ ਲੂਣਾ ਨਾਲ ਤਲਨਾਉਂਦੀ ਹੈ ਸੁਖਵਿੰਦਰ ਅੰਮ੍ਰਿਤ ਨੂੰ। ਕਹਿੰਦੀ ਉਸ ਦੇ ਸੁਪਨੇ ਦੇ ਵਿੱਚ ਪੂਰਨ ਦੇ ਆਉਣ ਦੀ ਜਿਹੜੀ ਮਜਬੂਰੀ ਦੀ ਗਾਥਾ ਕਹਿੰਦੀ ਹੈ ਤੇ ਵਿਹੜੇ ਵਾਲੀ ਦਲਿਤ ਔਰਤ ਦੇ ਸਰੀਰਕ ਸ਼ੋਸ਼ਣ ਬਾਰੇ ਜਦੋਂ ਉਹ ਲਿਖਦੀ ਹੈ ਤਾਂ ਉਸ ਦੇ ਕਾਵਿ ਦੀ ਡੂੰਘਾਈ ਵੇਖਣ ਵਾਲੀ ਹੈ। ਤੇ ਆਹ ਵੈਨਕੂਵਰ ਵਾਲੀ ਭੋਲੀ, ਇਹਦੇ ਮਾਪਿਆਂ ਨੇ ਇਹਦੇ ਗਲ ਨੂੰ ਬੰਨ੍ਹ ਦਿੱਤੀ ਇੱਕ ਲੰਮੀ ਸਾਰੀ ਡੋਰ ਜਿਸ ਦਾ ਇੱਕ ਸਿਰਾ ਬੁੱਢੇ ਖਾਵੰਦ ਨੂੰ ਫੜਾ ਦਿੱਤਾ ਤੇ ਦੂਜੇ ਸਿਰੇ ਨਾਲ ਆਪ ਸਾਰਾ ਟੱਬਰ ਚਿੰਬੜ ਗਿਆ। ਇਹ ਵਿਚਾਰੀ ਨਾ ਜਿਉਂਦੀ ਨਾ ਮਰਦੀ, ਇਹਦੇ ਸੁਪਨਿਆਂ 'ਚ ਪੂਰਨ ਆਉਂਦਾ, ਇਹਦੀ ਅੱਖ 'ਚੋਂ ਲੂਣਾ ਰੋਂਦੀ। ਤੇ ਇਸ ਦੇ ਨਾਲ ਹੀ ਹੁਣ ਜਿਹੜੀ ਇੱਕ ਦਲਿਤ ਕੁੜੀ ਦੇ ਬਾਰੇ ਜਦੋਂ ਗੱਲ ਕਰਦੀ ਹੈ ਤੇ ਆ ਵਿਹੜੇ ਵਾਲੀ ਕਰਤਾਰੇ ਦੀ ਧੀ ਦੀਪੋ ਇੱਕ ਦਿਨ ਘਾਹ ਖੋਤਣ ਗਈ, ਖੇਤਾਂ 'ਚੋਂ ਹਨੇਰੇ ਦੀ ਪੰਡ ਬੰਨ੍ਹ ਲਿਆਈ, ਨਾ ਬੋਲਦੀ ਨਾ ਸੁਣਦੀ, ਲੁਕ ਲੁਕ ਕੇ ਰੂਹ ਦੇ ਲੰਗਾਰ ਸਿਉਂਦੀ। ਕੁਆਰੇ ਸੁਪਨੇ ਦਾ ਕੱਫਣ ਬੁਣਦੀ, ਕਦੇ ਕਦੇ ਇੱਕ ਬੈਣ ਜਿਹਾ ਪਾਉਂਦੀ, ਬਾਜਾਂ ਦੇ ਦੇਸ ਨਾ ਆਈ ਨਹੀਂ ਚਿੜੀਏ ਬਾਜਾਂ ਦੇ ਦੇਸ। ਸੋ ਇਸੇ ਸਮੇਂ ਹੀ ਛੋਟੀਆਂ ਬੱਚੀਆਂ ਨਾਲ ਹੁੰਦੇ ਬਲਾਤਕਾਰ ਬਾਰੇ ਜਗਦੀਪ ਸਿੱਧੂ ਕਵਿਤਾ ਲਿਖ ਰਿਹਾ ਹੈਗਾ ਕਿ ਗੁਆਂਢੀਆਂ ਦੇ ਘਰ ਦੇ ਵਿੱਚ ਬੱਚੀ ਖੇਡਦੀ ਹੈ, ਉਹ ਦੇਖਦਾ ਕਿ ਮੇਰੀ ਬੱਚੀ ਵੱਡੀ ਕਦੋਂ ਹੋਏਗੀ ਤੇ ਉਹ ਡਰ ਜਾਂਦਾ ਜਦੋਂ ਬਲਾਤਕਾਰਾਂ ਦੀ ਗੱਲ ਸੁਣਦਾ। ਜਦੋਂ ਪੜ੍ਹਦਾ ਕਿ ਛੋਟੀ ਬੱਚੀ ਦੇ ਨਾਲ ਬਲਾਤਕਾਰ ਹੋਇਆ ਤੇ ਕਹਿੰਦਾ ਮੈਨੂੰ ਉਹਦੇ ਛੋਟੀ ਰਹਿਣ ਤੋਂ ਵੀ ਡਰ ਲੱਗਣ ਲੱਗ ਗਿਆ। ਤੇ ਇਸੇ ਸਮੇਂ ਹੀ ਆਪਾਂ ਦੇਖੀਏ ਕਿ ਸਾਡੇ ਜਿਹੜੇ ਇਸ ਝਰਨੇ ਦੇ ਵਿੱਚੋਂ ਹੀ ਜਿਹੜੀ ਆਪਣੀ ਕੁੜੀ ਇਹ ਤੁਹਾਡੇ ਸਾਹਮਣੇ ਬੈਠੀ ਹੈ ਨੀਤੂ ਅਰੋੜਾ, ਉਹ ਜਿਹੜੀ ਨਾਰੀ ਸਪੇਸ ਦੀ ਗੱਲ ਕਰਦੀ ਹੈ ਕਿ ਉਸ ਦੀ ਜਿਹੜੀ ਵਿਆਹ ਉਪਰੰਤ ਘਰ ਦੇ ਵਿੱਚੋਂ ਸਪੇਸ ਕਿਵੇਂ ਉਹ ਬਣਾਉਣ ਦੀ ਭਾਵੇਂ ਜਿੰਨਾ ਮਰਜ਼ੀ ਕੋਸ਼ਿਸ਼ ਕਰੋ ਕਿ ਉਹਦੇ ਲਈ ਸੱਚਮੁੱਚ ਸਪੇਸ ਕਿਤੇ ਹੈ ਵੀ ਕਿ ਨਹੀਂ। ਤੇ ਉਹਦੀ ਜਿਹੜੀ ਕਵਿਤਾ ਹੈ ਇਹ ਖਾਸ ਕਰਕੇ ਨਾਰੀ ਸਰੋਕਾਰਾਂ ਵਾਲੀ ਉਹ ਮੈਨੂੰ ਸਭ ਤੋਂ ਵਧੀਆ ਲੱਗਦੀ ਹੁੰਦੀ ਹੈ। ਉਹ ਜਿਹੜੀ ਸਵੇਰੇ ਡਾਕਟਰ ਜਸਵਿੰਦਰ ਹੋਰਾਂ ਨੇ ਵੀ ਗੱਲ ਕੀਤੀ ਸੀ, ਖਤਰਨਾਕ ਔਰਤ।
ਕਹਿੰਦੀ ਉਹ ਸਮਝਦੇ ਹਨ ਕਿ ਮੈਂ ਖਤਰਨਾਕ ਔਰਤ ਹਾਂ, ਔਰਤ ਜੋ ਸੁਰਖੀ ਨਹੀਂ ਲਾਉਂਦੀਆਂ, ਚੂੜੀਆਂ ਨਹੀਂ ਪਾਉਂਦੀਆਂ, ਗਹਿਣਿਆਂ ਦੀ ਥਾਂ 'ਤੇ ਕਿਤਾਬਾਂ ਖਰੀਦਦੀਆਂ, ਜਿਨ੍ਹਾਂ ਦੇ ਪਰਸਾਂ ਵਿੱਚ ਕੰਘਾ ਸ਼ੀਸ਼ਾ ਨਹੀਂ, ਕਾਗਜ਼ ਤੇ ਕਲਮਾਂ ਹੁੰਦੀਆਂ, ਅਜਿਹੀਆਂ ਔਰਤਾਂ ਖਤਰਨਾਕ ਹੁੰਦੀਆਂ। ਹੁਣ ਜੇ ਅਸੀਂ ਨਾਰੀ ਕਾਵਿ ਦੀ ਗੱਲ ਕਰੀਏ ਤਾਂ ਮਸਲਾ ਰੋਜ਼ੀ ਰੋਟੀ ਦਾ ਨਹੀਂ ਹੈ, ਮਸਲਾ ਕੰਮ ਅਧਿਕਾਰਾਂ ਦਾ ਨਹੀਂ ਹੈ, ਮਸਲਾ ਕੇਵਲ ਕਾਮ ਅਧਿਕਾਰਾਂ ਦਾ ਨਹੀਂ ਹੈ। ਹੁਣ ਤੱਕ ਜਿਸ ਤਰ੍ਹਾਂ ਔਰਤ ਨੂੰ ਸਮਝਿਆ ਗਿਆ ਹੈ, ਮਸਲਾ ਤਾਂ ਉਸ ਦੇ ਮਨੁੱਖ ਵਜੋਂ ਸਮਝਣ ਦਾ ਹੈ, ਉਸ ਦੀਆਂ ਉਹਦੀ ਬਣਦੀ ਸਪੇਸ ਸੁਸਾਇਟੀ ਦੇ ਵਿੱਚ ਕਿੰਨੀ ਕੁ ਹੈ, ਉਹਨਾਂ ਗੱਲਾਂ ਨੂੰ ਸਮਝਣ ਦਾ ਹੈ। ਤੇ ਜੇ ਅਸੀਂ ਇਹ ਸਾਰੀਆਂ ਗੱਲਾਂ 'ਤੇ ਨਜ਼ਰ ਮਾਰੀਏ, ਇਹ ਨਾਰੀ ਸਰੋਕਾਰਾਂ ਨਾਲ ਜਿਹੜੀ ਕਵਿਤਾ ਹੈ ਭਾਵੇਂ ਪੂਰੀ ਤਰ੍ਹਾਂ ਲਵਰੇਜ ਹੈ, ਚਾਹੇ ਔਰਤ ਦੀ ਚਾਹੇ ਮਰਦ ਦੀ, ਪਰ ਨਾਰੀ ਦੇ ਸਰੋਕਾਰਾਂ ਦੇ ਮੂਲ ਮੁੱਦੇ ਜਿਸ ਵਿੱਚ ਨਾਰੀ ਦੇ ਮਨੁੱਖ ਵਜੋਂ ਪ੍ਰਭਾਸ਼ਿਤ ਹੋਣ, ਗਿਆਨ ਮਾਰਗ ਵਿੱਚ ਮਰਦ ਦੀ ਇਜ਼ਾਰੇਦਾਰੀ ਖਤਮ ਕਰਕੇ ਬਰਾਬਰਤਾ ਹਾਸਲ ਕਰਨੀ, ਪਿਤਰੀ ਪ੍ਰਬੰਧ ਦੇ ਸਾਂਚੇ ਅਨੁਸਾਰੀ ਵਿਆਹ ਪ੍ਰਬੰਧ ਵਰਗੀ ਸੰਸਥਾ ਨੂੰ ਢਾਹ ਕੇ ਮੁੜ ਉਸਾਰਨਾ ਹੀ ਨਹੀਂ, ਬਲਕਿ ਆਸ਼ਕ ਮਸ਼ੂਕ ਦੀ ਪਰੰਪਰਿਕ ਮੁਹੱਬਤ ਜਿਸ ਵਿੱਚ ਭੇਦਤਾ ਹੈ ਨੂੰ ਵੀ ਕਾਟੇ ਹੇਠ ਲਿਆਂਦਾ ਗਿਆ ਹੈ। ਇੱਕ ਲੜਕੀ ਦੀ ਮੈਂ ਤੁਹਾਨੂੰ ਕਵਿਤਾ ਦੇ ਕੁਝ ਪੰਕਤੀਆਂ ਸੁਣਾਉਂਗੀ। ਨਾਰੀ ਨੂੰ ਪਤਾ ਹੈ ਅਸਲ ਦੇ ਵਿੱਚ ਅਭੇਦ ਤਾਂ ਨਾਰੀ ਨੇ ਹੀ ਹੋਣਾ ਹੈ, ਕਿਉਂਕਿ ਹੁਣ ਤੱਕ ਅਸੀਂ ਜਿਹੜੀ ਆਸ਼ਕ ਮਸ਼ੂਕ ਦੀ ਜਿਹੜੀ ਵੀ ਅਸੀਂ ਕਵਿਤਾ ਪੜ੍ਹਦੇ ਆ ਕਿ ਉਹ ਸਭ ਨੂੰ ਪਤਾ ਹੈ ਕਿ ਉਸ ਦੇ ਵਿੱਚ ਅਭੇਦ ਨਾਰੀ ਨਹੀਂ ਹੋਣਾ। ਅਸੀਂ ਜਿੰਨਾ ਮਰਜ਼ੀ ਕਹਿ ਲਈਏ ਕਿ ਇੱਕ ਦੂਜੇ ਵਿੱਚ ਅਭੇਦ ਨੇ ਆਸ਼ਕ ਮਸ਼ੂਕ, ਉੱਥੇ ਮਸ਼ੂਕਾ ਨਹੀਂ ਹੋਣਾ ਹੈ। ਜਦੋਂ ਕਿ ਮਰਦ ਆਪਣੀ ਹੋਂਦ ਬਚਾ ਕੇ ਰੱਖਦਾ ਹੈ, ਵਿਆਹ ਸੰਸਥਾ ਵਿੱਚ ਨਾਰੀ ਦੀ ਸਪੇਸ ਹੀ ਨਹੀਂ, ਇਸ ਸੰਬੰਧੀ ਨੀਤੂ ਦੀ ਰੂਮਮੇਟ ਪੜ੍ਹੀ ਜਾ ਸਕਦੀ ਹੈ ਕਿ ਮੁਹੱਬਤ ਵਿੱਚ ਭੇਦਤਾ ਦੇ ਝਾਂਸੇ ਵਿੱਚ ਨਾ ਆ ਕੇ ਆਪਣੀ ਹੋਂਦ ਬਚਾਉਂਦੀ ਨਾਰੀ ਸੰਬੰਧੀ ਮਨਦੀਪ ਔਲਖ ਦੀ ਜਿਹੜੀ ਫਨਾਹ ਹੈ ਕਵਿਤਾ ਉਹ ਪੜ੍ਹੀ ਜਾ ਸਕਦੀ ਹੈ। ਉਹ ਕਹਿੰਦੀ ਮੈਂ ਇਸ਼ਕ ਵਿੱਚ ਇੱਕ ਪੂਰਕ ਧਿਰ ਵਾਂਗ ਵਿਚਰੀ, ਆਪਣਾ ਵਜੂਦ ਬਚਾ ਕੇ ਬਣੀ ਰਹੀ ਹੀਰ, ਸਲਾਮਤ ਰੱਖਿਆ ਆਪਣਾ ਵੱਖਰਾ ਰੰਗ ਸਮੁੰਦਰ 'ਚ ਮਿਲ ਕੇ, ਰਵਾਇਤ ਦੇ ਸਫੇ ਤੇ ਮੇਰੇ ਇਸ਼ਕ ਦੀ ਦਾਸਤਾਨ ਲਿਖਣ ਲਈ ਰਹਿ ਜਾਣਗੇ ਨਾ ਕਾਫੀ। ਸਨਾਤਨੀ ਸਰੋਤਿਓ, ਮੇਰੇ ਇਸ਼ਕ ਵਿੱਚੋਂ ਸੋਹਜ ਨਹੀਂ, ਸਿਆਸਤ ਦੇਖਣ ਦੀ ਕੋਸ਼ਿਸ਼ ਕਰਿਓ। ਮਤਲਬ ਤੁਸੀਂ ਦੇਖੋ ਜਿਹੜਾ ਨਾਰੀ ਕਾਵਿ ਹੈ ਉਹ ਪੰਜਾਬੀ ਕਵਿਤਾ ਨੂੰ ਕਿਸ ਚੌਕਟੇ 'ਤੇ ਲਿਆ ਕੇ ਖੜਾ ਕਰ ਦਿੰਦਾ ਹੈ। ਮੈਂ ਪਿਤਰੀ ਪ੍ਰਬੰਧ ਦੀਆਂ ਨਾਰੀ ਦੁਆਲੇ ਉਸਾਰੀਆਂ ਮਜ਼ਬੂਤ ਕੰਧਾਂ ਨੂੰ ਢਾਉਣ ਲਈ ਪਿਤਰੀ ਪ੍ਰਬੰਧ ਦੀਆਂ ਨਾਰੀ ਦੁਆਲੇ ਉਸਾਰੀਆਂ ਮਜ਼ਬੂਤ ਕੰਧਾਂ ਨੂੰ ਢਾਉਣ ਲਈ ਨਾਰੀ ਕਾਵਿ ਮਜ਼ਬੂਤੀ ਫੜ ਰਿਹਾ ਹੈ। ਇਸ ਸੰਬੰਧੀ ਬਰਾੜ ਜੈਸੀ, ਮਨਦੀਪ ਔਲਖ, ਮਨਪ੍ਰੀਤ ਕੌਰ ਅਚਾਨਕ, ਇਹਨਾਂ ਸਾਰੀਆਂ ਕੁੜੀਆਂ ਨੂੰ ਪੜ੍ਹਿਆ ਜਾ ਸਕਦਾ। ਮਨਪ੍ਰੀਤ ਕੌਰ ਅਚਾਨਕ ਕਹਿੰਦੀ ਮੈਂ ਰੇਤਲੀ ਜ਼ਮੀਨ 'ਚ ਉਗਮੀ ਪਿਤਰੀ ਤੰਤਰ 'ਚ ਜਕੜੀ, ਖੰਭਾਂ ਬਹੂਣੀ ਫਿਰ ਵੀ ਚਾਹਤ ਰੱਖਾਂ ਕਿ ਉਸ ਖੁੱਲ੍ਹੇ ਅਸਮਾਨ 'ਚ ਉਡਾਰੀ ਜ਼ਰੂਰ ਲਾਉਣੀ ਹੈ। ਕਦੇ ਤਾਂ ਲੱਭੇਗਾ ਨਖਲ ਸਥਾਨ ਮੈਨੂੰ, ਕੁਝ ਸ਼ਾਮਾਂ ਤਾਂ ਹੋਣਗੀਆਂ ਮੇਰੇ ਲਈ ਬੜੀਆਂ, ਕਦੇ ਤਾਂ ਝੁਕਣਗੀਆਂ ਉਹ ਬਾਹਾਂ ਜੋ ਮੈਨੂੰ ਰੋਕਣ ਲਈ ਤਣੀਆਂ, ਮੈਨੂੰ ਖੌਫ ਨਾ ਦਿਓ। ਸੋ ਅੱਜ ਜਿਹੜੀ ਸਮੁੱਚੀ ਕਵਿਤਾ ਹੈ ਉਸ ਦੇ ਵਿੱਚ ਜਿਹੜੇ ਨਾਰੀ ਸਰੋਕਾਰਾਂ ਦੀ ਗੱਲ ਹੈ ਭਾਵੇਂ ਮਰਦ ਕਵੀਆਂ ਨੇ ਵੀ ਕੀਤੀ, ਪਰ ਜਿਸ ਤਰ੍ਹਾਂ ਨਾਰੀ ਨੇ ਨਾਰੀ ਸਰੋਕਾਰਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਕਵਿਤਾ ਨੂੰ ਇਸ ਮੋੜ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਜੋ ਪਿਤਰੀ ਪ੍ਰਬੰਧ ਦੇ ਲਈ ਜਾਂ ਨਾਰੀ ਲਈ ਦਮ ਘੋਟੂ ਦੀਵਾਰਾਂ ਖੜੀਆਂ ਕਰਨ ਵਾਲੇ ਸਮਾਜ ਦੇ ਲਈ ਇਹ ਜਿਹੜੀ ਕਵਿਤਾ ਹੈ ਚੁਣੌਤੀ ਬਣ ਜਾ ਰਹੀ ਹੈ। ਇਹ ਸਾਡੀ ਪੰਜਾਬੀ ਕਵਿਤਾ ਦਾ ਹਾਸਲ ਮਾਣ ਹੈ। ਸ਼ੁਕਰੀਆ।